In the last lecture we have proved this theorem phi nx, which is the cyclotomic polynomial, okay, which is defined as product over omega into x minus omega, means it is a polynomial whose roots are primitive roots of unity, where the product runs over all the primitive nth roots of unity in C. And we have proved that this is an irreducible polynomial of degree phi n in zx. ਤਾਂ ਇਸ ਰਿਜ਼ਲਟ ਨੂੰ ਅਸੀਂ ਪ੍ਰੂਫ ਕੀਤਾ ਸੀਗਾ ਲਾਸਟ ਲੈਕਚਰ ਦੇ ਵਿੱਚ ਕਿ ਇਹ ਪੋਲੀਨੋਮੀਅਲ ਇਰਰੀਡਿਊਸਿਬਲ ਹੋਏਗੀ ਔਰ ਇਸ ਨੂੰ ਜਦ ਤੁਸੀਂ ਐਕਸਪੈਂਡ ਕਰੋਗੇ ਇਹਦੇ ਕੋਐਫੀਸ਼ੀਐਂਟ z ਦੇ ਵਿੱਚ ਆਣਗੇ, देयरफॉर ਇਰਰੀਡਿਊਸਿਬਲ ਇਨ z ਹੋਏਗੀ ਔਰ ਇਹਦੀ ਡਿਗਰੀ ਕਿੰਨੀ ਹੋਏਗੀ phi n, which is the Euler's phi function. So today's theorem of discussion is let omega is a primitive nth root of unity in C. complex numbers ਦੇ ਉੱਪਰ ਹੀ ਗੱਲ ਹੋ ਰਹੀ ਹੈ, therefore ਜਿਹੜਾ ਰਿਜ਼ਲਟ ਹੁਣੇ ਸ਼ੋ ਕੀਤਾ ਹੈਗਾ ਉਹ ਐਪਲੀਕੇਬਲ ਹੈ. Then q omega is the splitting field of phi nx and also of xn minus 1. Therefore we have to prove that कि ਜਿਹੜਾ q omega है वो splitting field होएगा phi nx ਦਾ, ਜਿਹੜੀ cyclotomic polynomial है ਉਹਦਾ splitting field होएगा. और जे cyclotomic polynomial ਦਾ splitting field है ਤਾਂ ਇਹ xn minus 1 ਜਿਹੜੀ polynomial ਸਾਨੂੰ nth roots of unity find ਕਰਕੇ ਦਿੰਦੀ ਹੈ ਸਾਰੇ ਦੇ ਸਾਰੇ, ਉਹਦਾ ਵੀ ਕੀ ਹੋਏਗਾ splitting field ਹੋਏਗਾ. ਤੇ ਨਾਲ ਦੀ ਨਾਲ ਫਿਰ ਇਹ ਵੀ ਪ੍ਰੂਫ ਕਰਨਾ ਹੈਗਾ कि जेड़ा q ओमेगा ओवर q है फिर ਇਹਦੀ डायमेंशन phi n होएगी Euler's phi फंक्शन और यही गैल्वा ग्रुप ਦਾ ਆਰਡਰ ਹੋਏਗਾ g q ओमेगा by q ਦਾ. ਤੇ ਅਗਲੀ ਗੱਲ q ओमेगा by q ਜਿਹੜਾ g q ओमेगा by q है it will be isomorphic to z by n star, the multiplicative group formed by the units of z by n. ਜਿਹੜਾ ਆਪਣੇ ਕੋਲ z by n ਹੁੰਦਾ ਇਹ ਆਪਣੇ ਕੋਲ ਅੰਡਰ ਮਲਟੀਪਲੀਕੇਸ਼ਨ ਨੈਸੈਸਰਲੀ ਜਿਹੜਾ ਹੈ ਗਰੁੱਪ ਨਹੀਂ ਫਾਰਮ ਕਰਦਾ ਹੁੰਦਾ, because z by n ਦੇ ਵਿੱਚ ਜਿਹੜੇ ਐਲੀਮੈਂਟਸ ਹੈਗੇ ਨੇ ਉਹ ਆਪਣੇ ਕੋਲ ਕਿਹੜੇ ਕਿਹੜੇ ਹੁੰਦੇ 0 1 2 up to so on n minus 1. ਜੇਕਰ n ਆਪਣੇ ਕੋਲ ਹੋਵੇ ਕੰਪੋਜ਼ਿਟ ਨੰਬਰ, ਜਿਵੇਂ n ਅਗਰ 6 ਹੈ ਤਾਂ ਇਹ ਮਲਟੀਪਲੀਕੇਸ਼ਨ ਦੇ ਅੰਡਰ ਗਰੁੱਪ ਫਾਰਮ ਨਹੀਂ ਕਰਦਾ ਹੁੰਦਾ. 0 ਜੇ n 6 ਹੋਏਗਾ ਤਾਂ ਇਹਦੇ ਵਿੱਚ ਐਲੀਮੈਂਟਸ ਹੋਣਗੇ ਇਹ, ਠੀਕ ਹੈ. ਔਰ ਇਸ ਦੇ ਵਿੱਚੋਂ 0 ਅਸੀਂ ਕਿਉਂਕਿ ਜਦੋਂ ਮਲਟੀਪਲੀਕੇਟਿਵ ਗਰੁੱਪ ਲੈਣਾ ਹੈ ਤਾਂ 0 ਨੂੰ ਅਸੀਂ ਇਗਨੋਰ ਕਰ ਦੇਣਾ ਹੈ, ਤਾਂ ਫਿਰ 2 into 3 ਜਦੋਂ ਅਸੀਂ ਕਰਾਂਗੇ z by n ਦੇ ਵਿੱਚ 2 into 3 is 6 which is equivalent to 0. but it does not belongs to this set, क्योंकि जब ਅਸੀਂ z by n कंसीडर करते हैं for multiplication ਤਾਂ ਅਸੀਂ 0 ਨੂੰ ਇਗਨੋਰ ਕਰਕੇ ਚੱਲਦੇ ਹੁੰਦੇ ਹਾਂ, because 0 ਦਾ ਮਲਟੀਪਲੀਕੇਟਿਵ ਇਨਵਰਸ ਨਹੀਂ ਹੋ ਸਕਦਾ ਹੁੰਦਾ. so 2 into 3 ਜੇ ਕਰਾਂਗੇ 6 ਇਹ 0 ਆ ਜਾਂਦਾ, ਉਹ ਇਹਨੂੰ ਬਿਲੋਂਗ ਨਹੀਂ ਕਰਦਾ. so for composite number it is not a group, but for prime numbers it is a group. ਤੇ ਇਹਦੇ ਵਿੱਚੋਂ ਫਿਰ ਅਸੀਂ ਕੀ ਕਰਦੇ ਹੁੰਨੇ ਆ, ਉਹਨੇ ਇੱਕ ਐਲੀਮੈਂਟਸ ਚੂਜ਼ ਕਰ ਲੈਣੇ ਹੁੰਨੇ ਆ ਜਿਨ੍ਹਾਂ ਨਾਲ ਇਹ ਗਰੁੱਪ ਫਾਰਮ ਕਰ ਜੇ. ਤਾਂ ਉਹ ਕ੍ਰਾਈਟੇਰੀਆ ਇਹ ਹੁੰਦਾ ਕਿ ਇਹਦੇ ਵਿੱਚੋਂ ਜਿਹੜੇ ਯੂਨਿਟਸ ਹੈ ਉਹ ਚੂਜ਼ ਕਰ ਲਓ. ਤੇ ਉਹ ਯੂਨਿਟਸ ਕਿਵੇਂ ਆਉਂਦੇ ਹੁੰਦੇ, ਉਹ ਵਾਲੇ ਨੰਬਰਸ ਹੀ ਯੂਨਿਟਸ ਬਣਦੇ ਆ ਇਹਦੇ ਵਿੱਚ, ਉਹ ਵਾਲੇ ਨੰਬਰਸ ਦਾ ਹੀ ਇਨਵਰਸ ਹੋ ਸਕਦਾ ਹੈ ਜਿਨ੍ਹਾਂ ਦਾ GCD 6 ਦੇ ਨਾਲ ਕੀ ਹੋਏਗਾ 1 ਹੋਏਗਾ. ਤਾਂ k ਦੀਆਂ ਵੈਲਿਊਜ਼ ਕਿਹੜੀਆਂ ਕਿਹੜੀਆਂ ਬਣਦੀਆਂ ਨੇ, ਇਹਨਾਂ ਵਿੱਚੋਂ ਇੱਕ 1 ਬਣੇਗੀ ਇੱਕ 5 ਬਣੇਗੀ. ਤਾਂ ਜਿਹੜਾ ਉਰੇ z by 6 ਸਟਾਰ ਹੈਗਾ ਜਿਸ ਦੀ ਅਸੀਂ ਗੱਲ ਜਿਵੇਂ ਕੁਐਸਚਨ ਦੇ ਵਿੱਚ ਕੀਤੀ ਹੈ, ਉਸ ਦੇ ਵਿੱਚ ਸਿਰਫ ਦੋ ਹੀ ਮੈਂਬਰਸ ਹੋਣਗੇ, ਇਹਦਾ ਮਤਲਬ ਇੱਕ 1 ਹੋਏਗਾ ਇੱਕ 5 ਹੋਏਗਾ. ਤਾਂ ਇਸੇ ਤਰ੍ਹਾਂ in general z by n star ਹੈ it will contain those members which are less than n and whose GCD with n is 1. ਤਾਂ it means ਇਹਦੀ ਜਿਹੜੀ ਜਨਰਲ ਡੈਫੀਨੇਸ਼ਨ ਅਸੀਂ ਇਹ ਦਵਾਂਗੇ k such that k is less than n and GCD of k with n is equal to 1. ਇਹ ਗਰੁੱਪ ਥਿਊਰੀ ਦੇ ਵਿੱਚ ਅਸੀਂ ਪੜਿਆ ਹੋਇਆ ਕਿ ਜਿਹੜੇ ਇਸ ਦੇ ਯੂਨਿਟਸ ਦੀ ਕਲੈਕਸ਼ਨ ਵਾਲਾ ਗਰੁੱਪ ਹੈਗਾ ਉਹ ਆਹ ਵਾਲੇ ਐਲੀਮੈਂਟਸ ਨੂੰ ਕੰਸੀਡਰ ਕਰਕੇ ਬਣਦਾ ਹੈ which are co-prime to n. ਸੋ ਇਹ ਸਾਰੀਆਂ ਗੱਲਾਂ ਆਪਾਂ ਇਸ ਥਿਊਰਮ ਦੇ ਵਿੱਚ ਪ੍ਰੂਵ ਕਰਨੀਆਂ ਹੈਗੀਆਂ ਨੇ. since phi nx is irreducible over z, ਇਹ ਲਾਸਟ ਹੁਣੀ ਜਿਹੜਾ ਰਿਜ਼ਲਟ ਤੁਹਾਨੂੰ ਸ਼ੋ ਕੀਤਾ ਉੱਥੋਂ ਕਾਪੀ ਕੀਤਾ ਹੈਗਾ, cyclotomic polynomial irreducible over z ਹੈ and hence by Gauss lemma it can also be said that it is irreducible over q also. so ਜਿਹੜੀ minimal polynomial ਹੈ ਉਹ ਆਪਣੇ ਕੋਲ ਕਿਉਂਕਿ xn minus 1 ਜਿਹੜੀ polynomial ਹੈ ਇਸ ਦੇ ਵਿੱਚੋਂ ਤਾਂ ਸਾਰੇ ਰੂਟਸ ਨਿਕਲ ਕੇ ਆਏ, ਸਾਰੇ nth roots of unity 1 omega omega square omega n minus 1 ਇਹ ਸਾਰੇ nth roots of unity. ਬਟ ਇਹਨਾਂ ਵਿੱਚੋਂ ਕੁਝ ਕੁ ਜਿਹੜੇ ਸੀਗੇ ਪ੍ਰਿਮਿਟਿਵ ਉਹ ਅਸੀਂ ਕਿਹਦੇ ਵਿੱਚ ਲੈ ਲਏ ਹੈਗੇ phi nx ਦੇ ਵਿੱਚ. ਔਰ phi nx ਕੀ ਪ੍ਰੂਵ ਹੋਈ ਹੈ ਆਪਣੇ ਕੋਲ irreducible. ਤਾਂ ਇਟ ਮੀਨਸ irreducible ਇਹ ਨਹੀਂ ਹੈਗੀ, irreducible ਇਹ ਹੈ. ਤਾਂ ਇਸ ਕਰਕੇ ਇਹ ਵਾਲੀ ਜਿਹੜੀ ਪੋਲੀਨੋਮੀਅਲ ਹੈ ਮਿਨੀਮਲ ਹੋ, ਜਿਹੜੀ irreducible ਹੁੰਦੀ ਹੈ ਉਹ ਮਿਨੀਮਲ ਮੰਨੀ ਜਾਂਦੀ ਹੈ. ਤਾਂ ਇਟ ਮੀਨਸ ਜਿਹੜਾ ਓਮੇਗਾ ਰੂਟ ਸੀਗਾ ਜਿਹੜਾ ਪ੍ਰਿਮਿਟਿਵ ਰੂਟ ਸੀ ਉਹ ਇਹਨੂੰ ਵੀ ਸੈਟੀਸਫਾਈ ਕਰਦਾ ਸੀ ਔਰ ਇਹਨੂੰ ਵੀ ਸੈਟੀਸਫਾਈ ਕਰਦਾ ਸੀ, ਬਟ ਮਿਨੀਮਲ ਅਸੀਂ ਇਹਨੂੰ ਕੰਸੀਡਰ ਕਰਾਂਗੇ ਜਿਹੜੀ irreducible ਹੈ. ਤੇ q ਓਮੇਗਾ ਜਿਹੜੀ ਫੀਲਡ ਹੈਗੀ ਆ ਇਹਦਾ ਮਤਲਬ ਇਹਦੇ ਵਿੱਚ ਓਮੇਗਾ ਐਡਜੰਕਟ ਕੀਤਾ ਹੋਇਆ, ਇਹ ਪ੍ਰਿਮਿਟਿਵ nth ਰੂਟ ਓਮੇਗਾ ਨੂੰ ਕੰਟੇਨ ਕਰ ਰਿਹਾ ਹੈ. therefore it contains all the nth roots of unity, ਕਿਉਂਕਿ ਜੇ ਇਹਨੇ ਓਮੇਗਾ ਨੂੰ ਕੰਟੇਨ ਕਰ ਲਿਆ ਤਾਂ ਬਾਕੀ ਜਿਹੜੇ all the nth roots of unity ਆ ਉਹ ਓਮੇਗਾ ਦੀਆਂ ਪਾਵਰਸ ਹੀ ਨੇ.
ऑब्वियसली ਇਹਦੇ ਵਿੱਚ ਜੇ ਅਸੀਂ ਪ੍ਰਿਮਿਟਿਵ nth रूट ओमेगा एडजंक्ट करता ਤਾਂ ਬਾਕੀ ਸਾਰੇ ਦੇ ਸਾਰੇ nth रूट्स ਵੀ ਇਹਦੇ ਵਿੱਚ ਆ ਹੀ ਗਏ। So it is a splitting field of phi nx as well as of xn minus 1। phi nx ਦੇ ਵਿੱਚ ਤਾਂ ਕੁਝ ਕੀ ਸੀਗੇ ਜਿਹੜੇ ਸਿਰਫ ਪ੍ਰਿਮਿਟਿਵ ਸੀ, ਬਟ xn minus 1 ਚ ਸਾਰੇ nth रूट ਸੀ। ਜੇ ਇੱਕ ਵੀ nth रूट ਉਰੇ ਐਡਜੰਕਟ ਕਰ ਲਿਆ ਤੇ ਬਾਕੀ ਉਹਦੇ ਆਪਣੇ ਕੋਲ ਪਾਵਰਸ ਕਰਕੇ ਹੀ ਆ ਜਾਣੇ ਆ ਇਸ ਪ੍ਰਿਮਿਟਿਵ रूट ਦੇ। ਸੋ ਇਸ ਕਰਕੇ ਇਹ ਕਾਮਨ ਸਪਲਿਟਿੰਗ ਫੀਲਡ ਹੋ ਗਿਆ phi nx ਦਾ ਤੇ xn minus 1। ਤੇ ਫਿਰ ਇਸ ਸਪਲਿਟਿੰਗ ਫੀਲਡ ਦੀ ਡਿਗਰੀ ਕਿੰਨੀ ਹੋਏਗੀ, ਇਸ ਦੀ ਡਾਇਮੈਂਸ਼ਨ ਕਿੰਨੀ ਹੋਏਗੀ, ਜਿੰਨੀ ਡਿਗਰੀ ਹੁੰਦੀ ਹੈ ਇਰਰੀਡਿਊਸਿਬਲ ਪੋਲੀਨੋਮੀਅਲ ਦੀ। और इररेड्यूसिबल पॉलिनोमियल साडे कोल phi nx है, तो इस करके दी डिग्री होगी phi n which is the Euler's phi function। ते क्यू ओमेगा जेड़ा हैगा ऑब्वियसली फाइनाइट है क्योंकि डायमेंशन फाइनाइट आई है। सेपरेबल होएगा क्योंकि क्यू दा एक्सटेंशन है, क्यू दी कैरेक्टरिस्टिक 0 है और कैरेक्टरिस्टिक 0 दी हर एक एक्सटेंशन जेड़ी हुंदी है सेपरेबल हुंदी है। नॉर्मल क्यों है, क्योंकि यह स्प्लिटिंग फील्ड है। सो जे फाइनाइट सेपरेबल एंड नॉर्मल एक्सटेंशन होवे तो फंडामेंटल थ्योरम ऑफ गैल्वा थ्योरी वाले टॉपिक दे विच ਅਸੀਂ ਪੜਿਆ ਸੀ ਫਿਰ गैल्वा ग्रुप ਦਾ ਆਰਡਰ ਡਾਇਮੈਂਸ਼ਨ ਦੇ ਬਰਾਬਰ ਹੀ ਹੁੰਦਾ ਹੈ ਤੇ ਡਾਇਮੈਂਸ਼ਨ ਆਪਣੇ ਕੋਲ ਕਿੰਨੀ ਆਈ ਹੈ phi n। ਸੋ गैल्वा ग्रुप ਦਾ ਆਰਡਰ ਵੀ ਆਪਣੇ ਕੋਲ ਕਿੰਨਾ ਆ ਗਿਆ phi n। ਤਾਂ ਇਹ ਵਾਲਾ ਪੁਆਇੰਟ ਅਸੀਂ ਜਸਟੀਫਾਈ ਕਰ ਤੇ ਹੁਣ ਅਸੀਂ ਜਿਹੜੀ ਆਈਸੋਮੋਰਫਿਜ਼ਮ ਵਾਲੀ ਗੱਲ ਹੈਗੀ ਆ ਉਹ ਪ੍ਰੂਫ ਕਰਨੀ ਹੈ। ਤਾਂ g q ओमेगा by q ਤੇ z by n ਸਟਾਰ ਦੇ ਵਿੱਚ ਆਈਸੋਮੋਰਫਿਜ਼ਮ ਅਸੀਂ ਵੈਰੀਫਾਈ ਕਰਕੇ ਦੇਣਾ ਹੈ। ਤਾਂ ਇਹਦੇ ਲਈ ਫਿਰ ਅਸੀਂ ਇੱਕ ਆਰਬਿਟਰੀ ਐਲੀਮੈਂਟ ਲਿੱਤਾ ਸਿਗਮਾ ਬਿਲੋਂਗਿੰਗ ਟੂ ਜੀ ਕਿਊ ਓਮੇਗਾ ਬਾਈ ਕਿਊ, ਕਿਉਂਕਿ ਪਹਿਲਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਮੈਪ ਡਿਫਾਈਨ ਕਰੀਏ ਕਿਊ ਓਮੇਗਾ ਬਾਈ ਕਿਊ ਤੇ z ਬਾਈ n ਸਟਾਰ ਦੇ ਵਿੱਚ। ਤਾਂ ਇਹ ਮੈਪ ਫਾਈਂਡ ਕਰਨ ਦੇ ਲਈ ਅਸੀਂ ਇੱਕ ਸਿਗਮਾ ਜਿਹੜਾ ਹੈਗਾ ਉਹ ਬਿਲੋਂਗ ਕਰਦਾ ਹੋਇਆ ਤਾਂ ਆਰਬਿਟਰੀ ਮੈਂਬਰ ਚੂਜ਼ ਕਰ ਲਿਆ। ਤਾਂ ਓਮੇਗਾ ਕਿਉਂਕਿ ਪ੍ਰਿਮਿਟਿਵ रूट है, ਇਹ ਪਹਿਲਾਂ ਵੀ ਡਿਸਕਸ ਹੋਇਆ ਸੀ। ਇਫ ਓਮੇਗਾ ਇਜ਼ ਅ ਪ੍ਰਿਮਿਟਿਵ रूट then sigma omega is also a primitive nth। और अगर सिग्मा ओमेगा प्रिमिटिव nth रूट है, प्रिमिटिव nth रूट्स किवें ऑब्टेन किए जाते हैं, एक प्रिमिटिव रूट लैके ओदियां पावर्स तुसी फर्दर कर लो और वो पावर्स केड़ियां वालियां करनियां बट कि एहो जी पावर करनी है जेडी लेस देन n होवे और को प्राइम टू n हो। तो v पावर असी कीती है v शुड बी लेस देन n एंड v शुड बी को प्राइम टू n। सो लेट अस डिनोट दिस सिग्मा बाय सिग्मा v। जेडी पावर उरे तुसी कंसीडर करोगे उसे उस ਉਹੀ ਵਾਲਾ ਨੰਬਰ ਜਿਹੜਾ ਹੈਗਾ ਇਹਦੇ ਸਫਿਕਸ ਦੇ ਵਿੱਚ ਤੁਸੀਂ ਯੂਜ਼ ਕਰ ਲੈਣਾ। ਜਿਵੇਂ ਸਪੋਜ਼ ਤੁਸੀਂ ਸਿਗਮਾ ਓਮੇਗਾ ਦੀ ਇਮੇਜ ਫਾਈਂਡ ਕੀਤੀ ਕਿ ਸਾਡੇ ਕੋਲ ਓਮੇਗਾ ਸਕੁਅਰ ਆ ਰਹੀ ਹੈ, ਜਿਹੜਾ ਸਿਗਮਾ ਓਮੇਗਾ ਸਕੁਅਰ ਇਮੇਜ ਦੇਗਾ ਉਹਦਾ ਨਾਮ ਤੁਸੀਂ ਸਿਗਮਾ 2 ਰੱਖ ਦੇਣਾ। ਜਿਹੜਾ ਸਿਗਮਾ ਇਸ ਦੀ ਇਮੇਜ ਮੰਨ ਲਓ ਓਮੇਗਾ 5 ਦੇਗਾ ਤਾਂ ਉਹਦਾ ਨਾਮ ਤੁਸੀਂ ਸਿਗਮਾ 5 ਰੱਖ ਦੇਣਾ। ਇਸ ਤਰ੍ਹਾਂ ਤੇ ਇਹੋ ਜਿਹੇ ਫਿਰ ਸਿਗਮਾ ਤੁਸੀਂ ਕਿੰਨੇ ਡਿਫਾਈਨ ਕਰ ਸਕਦੇ ਹੋ, ਜਿੰਨੇ ਇਹ v ਤੁਸੀਂ ਡਿਫਾਈਨ ਕਰ ਸਕਦੇ ਹੋ। ਔਰ ਇਹ v ਕਿੰਨੇ ਡਿਫਾਈਨ ਹੋ ਸਕਦੇ ਆ ਇਸ ਕੰਡੀਸ਼ਨ ਦੇ ਅੰਡਰ phi n। We know that there are phi n such v's and they are precisely the members of the group z by n star। ਆਹ ਵਾਲੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਹੁਣੀ z by n star ਦੀ ਡੈਫੀਨੇਸ਼ਨ ਮੈਂ ਤੁਹਾਨੂੰ ਦੱਸੀ ਸੀਗੀ। ਇਸ ਦੇ ਵਿੱਚ k ਉਹ ਵਾਲੇ ਇੰਟੀਜਰਸ ਹੁੰਦੇ ਆ ਜਿਹੜੇ ਲੈਸ ਦੈਨ n ਹੋਣਗੇ ਔਰ ਕੋ ਪ੍ਰਾਈਮ ਟੂ n ਹੋਣਗੇ। ਤਾਂ ਇਹਦਾ ਮਤਲਬ ਇਹੀ ਸੇਮ ਕੰਡੀਸ਼ਨ ਜਿਹੜੀ ਹੈ ਇਹ v ਸੈਟੀਸਫਾਈ ਕਰ ਦੇਗਾ। ਤਾਂ ਇਟ ਮੀਨਸ z by n star ਦੇ ਵਿੱਚ ਇਹੀ ਸਾਰੇ v ਮੈਂਬਰਸ ਜਿਹੜੇ ਹੈਗੇ ਨੇ ਹੋਣਗੇ and they are precisely the members of the group z by n star। ਤਾਂ ਮੈਪਿੰਗ ਜਿਹੜੀ ਹੈ z by n ਸਟਾਰ ਤੋਂ g q ਓਮੇਗਾ by q ਅਸੀਂ ਐਵੇਂ ਡਿਫਾਈਨ ਕਰ ਲੈਂਦੇ ਆ। z by n ਸਟਾਰ ਦਾ ਮੈਂਬਰ ਕਿਹੜਾ ਹੈਗਾ v ਤੇ ਉਹਦੇ ਕੋਰਸਪੋਂਡਿੰਗ ਅਸੀਂ g q ਓਮੇਗਾ by q ਚੋਂ ਕੀ ਫਾਈਂਡ ਕੀਤਾ ਹੈਗਾ ਸਿਗਮਾ v। ਸੋ z by n ਸਟਾਰ ਦਾ ਮੈਂਬਰ ਇਨਪੁਟ ਹੋਇਆ ਔਰ ਆਉਟਪੁਟ ਆ ਗਿਆ g q ਓਮੇਗਾ by q ਦਾ ਮੈਂਬਰ। ਤੇ ਇਸ ਮੈਪ ਨੂੰ ਹੁਣ ਅਸੀਂ ਹੋਮੋਮੋਰਫਿਜ਼ਮ 1 1 ਔਨ ਟੂ ਪ੍ਰੂਫ ਕਰਾਂਗੇ। ਸੋ ਫਸਟਲੀ 1 1 ਪ੍ਰੂਫ ਕਰਦੇ ਆ। 1 1 ਦੇ ਲਈ f of v1 equal to f of v2 ਤੇ ਜੇ v1 v2 ਇਹਨੂੰ ਬਿਲੋਂਗ ਕਰਦੇ ਲਿੱਤੇ ਆ ਤਾਂ ਸ਼ੋਰਲੀ v1 v2 ਦੋਵੇਂ ਸਟ੍ਰਿਕਟਲੀ ਲੈਸ ਦੈਨ n ਹੋਣਗੇ ਔਰ ਦੋਵਾਂ ਦਾ gcd n ਨਾਲ 1 ਹੋਏਗਾ ਕਿਉਂਕਿ v1 v2 ਇਹਦੇ ਮੈਂਬਰਸ ਹਨ z by n ਸਟਾਰ ਦੇ ਤੇ ਉਹ ਇਸ ਕੰਡੀਸ਼ਨ ਨੂੰ ਸੈਟੀਸਫਾਈ ਕਰਨਗੇ ਹੀ ਕਰਨਗੇ। ਤੇ ਅਕੋਰਡਿੰਗ ਟੂ ਦਾ ਡੈਫੀਨੇਸ਼ਨ ਆਫ f that will be equal to f of v1 will be sigma v1 and this is sigma v2 and we are applying it on to omega ਕਿਉਂਕਿ ਓਮੇਗਾ ਹੀ ਆਪਣੇ ਕੋਲ ਉਰੇ ਜਿਹੜਾ ਸਿਗਮਾ ਸੀਗਾ ਕਿਉਂਕਿ ਕਿਊ ਨੂੰ ਤਾਂ ਫਿਕਸ ਕਰਦਾ ਹੀ ਸੀਗਾ, ਸਿਰਫ ਓਮੇਗਾ ਦੇ ਅਕੋਰਡਿੰਗ ਹੀ ਸਿਗਮਾ ਦਾ ਨੇਚਰ ਡਿਸਾਈਡ ਹੁੰਦਾ ਹੈ। ਤਾਂ ਇਸ ਕਰਕੇ ਅਸੀਂ ਸਿਗਮਾ ਨੂੰ ਸਿਰਫ ਓਮੇਗਾ ਦੇ ਉੱਪਰ ਹੀ ਐਪਲੀਕੇਬਲ ਕਰਵਾ ਕੇ ਅਗਰ ਚੈੱਕ ਕਰ ਲਈਏ ਤਾਂ ਵੈਰੀਫਾਈ ਹੋ ਸਕਦਾ। ਤੇ ਸਿਗਮਾ ਦੀ ਕੀ ਡੈਫੀਨੇਸ਼ਨ ਸੀ ਕਿ ਜਿਹੜਾ ਸਿਗਮਾ ਓਮੇਗਾ ਦੀ ਪਾਵਰ v ਤੇ ਲੈ ਕੇ ਜਾਏਗਾ ਉਹਦਾ ਨਾਮ ਸਿਗਮਾ v ਹੋਏਗਾ। ਸੋ ਸਿਗਮਾ v1 ਓਮੇਗਾ ਵਿਲ ਬੀ ਓਮੇਗਾ v1 ਐਂਡ ਸਿਗਮਾ v2 ਓਮੇਗਾ ਵਿਲ ਬੀ ਓਮੇਗਾ v2। ਤੇ v1 v2 ਕਿਉਂਕਿ ਦੋਵੇਂ ਦੇ ਦੋਵੇਂ ਸਟ੍ਰਿਕਟਲੀ ਲੈਸ ਦੈਨ n ਹੈ ਔਰ ਦੋਵਾਂ ਦਾ gcd n ਨਾਲ 1 ਵੀ ਹੈ ਤਾਂ ਹੀ ਕਰਕੇ ਅਸੀਂ ਇਹਨਾਂ ਨੂੰ v1 equal to v2 ਵੀ ਲਿਖ ਸਕਦੇ ਨਹੀਂ। ਅਦਰਵਾਈਜ਼ ਜਿਵੇਂ ਜੇ ਕਿਊਬ ਰੂਟ ਆਫ ਯੂਨਿਟੀ ਹੁੰਦਾ ਤਾਂ ਓਮੇਗਾ ਕਿਊਬ ਤੇ ਓਮੇਗਾ 6 ਬਰਾਬਰ ਹੁੰਦੇ ਆ ਤਾਂ 3 ਤੇ 6 ਤਾਂ ਬਰਾਬਰ ਹੈ ਨਹੀਂ। ਬਟ ਉਰੇ ਕੰਡੀਸ਼ਨ ਇਹ ਹੈ ਕਿ ਦੋਵੇਂ ਦੇ ਦੋਵੇਂ ਲੈਸ ਦੈਨ n ਹੈ। ਉਰੇ ਦੋਵੇਂ ਦੇ ਦੋਵੇਂ ਲੈਸ ਦੈਨ n ਨਹੀਂ ਨਾ ਹੈਗੇ ਤਾਂ ਕਰਕੇ ਆਪਾਂ ਇਹ ਚੀਜ਼ ਕਹਤੇ। ਬਟ ਉਰੇ ਜਦੋਂ ਦੋਵੇਂ ਦੇ ਦੋਵੇਂ ਲੈਸ ਦੈਨ n ਹੈ ਔਰ ਇਹ ਦੋਵੇਂ ਇਕੁਅਲ ਆਏ ਹੋਏ ਤਾਂ ਇੱਕੋ ਇੱਕ ਪੋਸਿਬਿਲਿਟੀ ਇਹੀ ਹੈ ਕਿ v1 should be equal to v2।
ਤੇ ਜੇ ਕੋਈ ਮੈਪ ਜਿਹੜਾ ਕਿ ਫਾਈਨਾਈਟ ਸੈਟਸ ਦੇ ਵਿਚਾਲੇ ਹੋਵੇ, ਇਹ ਦੋਵੇਂ ਦੇ ਦੋਵੇਂ ਫਾਈਨਾਈਟ ਸੈਟਸ ਹੈਗੇ ਨੇ, ਅਗਰ ਫਾਈਨਾਈਟ ਸੈਟਸ ਦੇ ਵਿਚਾਲੇ ਹੋਵੇ ਔਰ 1 1 ਆ ਜਾਏ ਤਾਂ ਸ਼ੋਰਲੀ ਉਹ ਔਨ ਟੂ ਵੀ ਹੁੰਦਾ ਹੀ ਹੁੰਦਾ ਹੈ। ਤੇ g q omega by q ਦਾ ਆਰਡਰ ਅਸੀਂ ਆਲਰੇਡੀ ਫਾਈਂਡ ਕੀਤਾ, phi n ਇਹ ਵੀ ਫਾਈਨਾਈਟ ਹੈ, ਔਰ z by n star ਦਾ ਵੀ ਆਰਡਰ phi n ਹੈ, ਇਹ ਵੀ ਫਾਈਨਾਈਟ ਹੈ। ਤਾਂ ਇਹ 1 1 ਵੀ ਹੈ, ਤਾਂ ਇਸ ਮੀਨਸ ਇਹ ਔਨ ਟੂ ਵੀ ਹੋ ਗਿਆ ਆਪਣੇ ਕੋਲ। ਸੋ ਨਾਓ ਵੀ ਵਿਲ ਪ੍ਰੂਵ ਦੈਟ f is homomorphism। ਹੋਮੋਮਾਰਫਿਜ਼ਮ ਦੇ ਲਈ v1 v2 ਇਹਦੇ ਕੋਈ ਦੋ ਮੈਂਬਰਸ ਲਵਾਂਗੇ z by n star ਦੇ, ਠੀਕ ਹੈ, ਕਿਉਂਕਿ ਜੇ ਹੋਮੋਮਾਰਫਿਜ਼ਮ ਵੈਰੀਫਾਈ ਕਰਨਾ ਹੈ ਤਾਂ f ਦੇ ਵਿੱਚ ਸਾਨੂੰ ਇਨਪੁਟ ਕਰਨਾ ਹੈ v1 into v2 ਔਰ ਇਹਨੂੰ ਬ੍ਰੇਕ ਕਰਕੇ ਦਿਖਾਣਾ ਹੈਗਾ f of v1 into f of v2, ਇਹ ਪ੍ਰੂਫ ਕਰਕੇ ਦਿਖਾਣਾ। ਹੁਣ ਜਦੋਂ ਅਸੀਂ ਕੋਈ ਵੀ ਦੋ ਮੈਂਬਰ z by n star ਦੇ ਲਿੱਤੇ ਆ ਔਰ ਉਹਨਾਂ ਦੋਵਾਂ ਨੂੰ ਅਸੀਂ ਮਲਟੀਪਲਾਈ ਕਰਨਾ ਚਾਹੁੰਦੇ ਆ ਤਾਂ z by n star ਦੇ ਵਿੱਚ ਜਿਹੜਾ ਆਪਰੇਸ਼ਨ ਹੈ ਉਹ ਹੈਗਾ ਮੋਡੂਲੋ n ਦਾ। ਸੋ ਇਸ ਕਰਕੇ ਅਸੀਂ v1 v2 ਨੂੰ ਜਦੋਂ ਮਲਟੀਪਲਾਈ ਕਰਾਂਗੇ ਉਹਦਾ ਮੋਡੂਲੋ n ਕਰਾਂਗੇ, ਮੀਨਸ ਉਹਨੂੰ n ਤੇ ਡਿਵਾਈਡ ਕਰਕੇ ਦਿਖਾਂਗੇ। n ਤੇ ਡਿਵਾਈਡ ਕਰਾਂਗੇ, ਲੈਟ ਅਸ ਸਪੋਜ਼ ਇਟ ਇਜ਼ ਦਾ ਕੁਓਸ਼ੀਐਂਟ ਐਂਡ r ਇਜ਼ ਦਾ ਰਿਮਾਈਂਡਰ, ਔਰ ਆਬਵੀਅਸਲੀ ਰਿਮਾਈਂਡਰ ਹੈ, ਇਟ ਸ਼ੁੱਡ ਬੀ ਸਟ੍ਰਿਕਟਲੀ ਲੈਸ ਦੈਨ n ਹੋਏਗਾ। ਸੋ z by n star ਦੀ ਡੈਫੀਨੇਸ਼ਨ ਦੇ ਅਕੋਰਡਿੰਗ ਜੋ v1 v2 ਨੂੰ ਮਲਟੀਪਲਾਈ ਕਰਕੇ ਆਇਆ ਉਹਨੂੰ n ਤੇ ਡਿਵਾਈਡ ਕੀਤਾ ਔਰ ਜੋ ਰਿਮਾਈਂਡਰ ਹੈ ਉਹ ਆਨਸਰ ਹੋਏਗਾ। ਸੋ ਇਸ ਕਰਕੇ v1 v2 ਦਾ ਆਨਸਰ ਕੀ ਹੋਏਗਾ, ਆਬਵੀਅਸਲੀ ਫਿਰ r which is the remainder ਮੋਡੂਲੋ n ਆਪਰੇਸ਼ਨ ਦੇ ਅਕੋਰਡਿੰਗ। ਸੋ ਹੁਣ ਓਮੇਗਾ ਦੀ ਪਾਵਰ ਅਸੀਂ ਕਰਦੇ ਹਾਂ। ਨਾਓ ਲੈਟ ਅਸ ਚੈੱਕ ਕਿ ਕਿਵੇਂ ਅਸੀਂ ਹੋਮੋਮਾਰਫਿਜ਼ਮ ਪ੍ਰੂਫ ਕਰਾਂਗੇ ਇਹਦੇ ਨਾਲ। ਓਮੇਗਾ ਦੀ ਪਾਵਰ ਮੈਂ v1 v2 ਕੀਤੀ, v1 v2 ਦੀ ਮਲਟੀਪਲੀਕੇਸ਼ਨ ਦਾ ਆਨਸਰ ਕੀ ਸੀ qn plus r, ਔਰ ਓਮੇਗਾ ਕਿਉਂਕਿ nth ਰੂਟ ਆਫ ਯੂਨਿਟੀ ਹੈ, ਸੋ whenever you break it like this omega qn into omega r, ਤਾਂ omega qn ਤਾਂ 1 ਹੋ ਜਾਏਗਾ ਕਿਉਂਕਿ nth ਰੂਟ ਆਫ ਯੂਨਿਟੀ ਹੈ, omega ਦੀ ਪਾਵਰ n 1 ਹੋ ਗਿਆ, you will remain only with omega raised to power r। ਸੋ f of v1 v2 ਦੀ ਜੇ ਅਸੀਂ ਗੱਲ ਕਰੀਏ, f of v1 v2 ਕਿਹਦੇ ਬਰਾਬਰ ਸੀਗਾ fr ਦੇ, ਔਰ r ਜਿਹੜਾ ਸੀਗਾ ਉਹ ਆਪਣੇ ਕੋਲ ਜੇਕਰ ਇਹਦੇ ਵਿੱਚ ਅਸੀਂ ਇਨਪੁਟ ਕੀਤਾ f ਦੀ ਡੈਫੀਨੇਸ਼ਨ ਅਕੋਰਡਿੰਗ ਕੀ ਬਣ ਗਿਆ ਸਿਗਮਾ r, ਔਰ r ਨੂੰ ਅਸੀਂ ਵਾਪਸ ਲਿਖ ਲਿਆ v1 v2। ਹੁਣ ਸਿਗਮਾ ਦਾ ਉਹੀ ਗੱਲ ਹੈਗੀ, ਸਿਗਮਾ g q omega by q ਦਾ ਮੈਂਬਰ ਹੈ, ਸੋ ਅਗਰ ਇਸ ਨੂੰ ਫਾਈਂਡ ਕਰਨਾ ਹੈਗਾ ਤਾਂ ਸਿਰਫ omega ਤੇ ਹੀ ਅਪਲਾਈ ਕਰਾਂਗੇ। ਸੋ ਸਿਗਮਾ v1 v2 applied on omega. So according to the definition of sigma v, it will be equal to omega raised to power v1 v2। Now you can also write it like this कि v1 ਜਿਹੜਾ ਪਾਵਰ ਦੇ ਵਿੱਚ ਹੈ ਉਸ ਨੂੰ ਹਟਾ ਕੇ ਅਸੀਂ sigma v1 ਅੱਗੇ ਲਿਖ ਲਿਆ ਹੈਗਾ according to the definition of sigma v again। ਤੇ ਫਿਰ ਇਸੇ ਤਰ੍ਹਾਂ ਇਸ ਨੂੰ ਹਟਾ ਕੇ v2 ਨੂੰ sigma v2 ਅੱਗੇ ਲਿਖ ਲਿਆ ਹੈਗਾ, you will get sigma v1 sigma v2 omega, and sigma v1 means f of v1 and sigma v2 means f of v2। In this way we have proved there is a homomorphism also। सो अगर होमोमॉर्फिज्म है 1 1 on 2 ऑलरेडी ਅਸੀਂ वेरीफाई कर चुके हैं। सो z by n star is isomorphic to g q omega by q, यही ਅਸੀਂ वेरीफाई करना है। Now the examples based on this theorem, phi 8x and x8 minus 1 has same Galois group, directly follows using the following result। यही वाला रिजल्ट जो ਅਸੀਂ ਲਾਸਟ ਥਿਓਰਮ ਹੁਣੀ ਪ੍ਰੂਫ ਕੀਤੀ ਹੈ ਇੱਥੋਂ ਡਾਇਰੈਕਟਲੀ ਫੋਲੋ ਕਰ ਗਿਆ। ਕਿਵੇਂ? ਜਸਟ n ਦੀ ਵੈਲਿਊ ਤੁਸੀਂ 8 ਲੈ ਲਓ ਇਸ ਥਿਓਰਮ ਦੇ ਵਿੱਚ। ਇਸ ਥਿਓਰਮ ਦੇ ਵਿੱਚ ਸੀਗਾ phi nx and xn minus 1, ठीक है, has the same Galois group that is g q omega by q। ਤਾਂ ਇਹੀ ਅਸੀਂ ਪ੍ਰੂਫ ਕੀਤਾ ਹੈਗਾ ਕਿਉਂਕਿ q omega ਦੋਵਾਂ ਦੀ ਸਪਲਿਟਿੰਗ ਫੀਲਡ ਹੈਗੀ ਆ, ਔਰ ਅਗਰ ਇਹ ਦੋਵਾਂ ਦੀ ਸਪਲਿਟਿੰਗ ਫੀਲਡ ਹੈ ਤਾਂ q omega by q ਜਿਹੜਾ ਹੈ Galois group ਬਣਾਇਆ ਇਹ ਵੀ ਦੋਵਾਂ ਲਈ ਕੀ ਹੋਏਗਾ, ਕਾਮਨ ਹੋਏਗਾ। ਸੋ ਜਸਟ n ਦੀ ਵੈਲਿਊ 8 ਲਓ ਇਸ ਥਿਓਰਮ ਦੇ ਵਿੱਚ, you will get the result of this example also। The second example, the Galois group of x4 plus x square plus 1 is same as that of x6 minus 1 and is of order 2। एक तो है ना दोनों का Galois group ਅਸੀਂ same proof करना है और further फिर proof करना है ਉਹਦਾ order 2 ਹੋਏਗਾ। ਹੁਣ ਇਸ polynomial ਦਾ Galois group ਜੇ find ਕਰਨਾ ਹੈ, let us firstly find its roots। ਤਾਂ ਉਹ ਕੀ method ਹੋਊਗਾ find ਕਰਨ ਦਾ, x square ਨੂੰ ਨਾ ਆਪਾਂ z let ਕਰ ਲੈਂਦੇ ਹਾਂ, so that means ਇਹ polynomial ਬਣ ਗਈ z square plus z plus 1। ਹੁਣ ਇਸ polynomial ਨੂੰ ਅਸੀਂ solve ਕਰਕੇ ਇਹਦੇ roots find ਕਰ ਲਵਾਂਗੇ ਤੇ ਇਹਦਾ ਮਤਲਬ z ਦੀਆਂ ਵੈਲਿਊਜ਼ ਆਣਗੀਆਂ ਤਾਂ x ਦੇ ਪੋਲੀਨੋਮੀਅਲ ਦੇ ਰੂਟਸ ਕਿਵੇਂ ਆਣਗੇ, ਜੋ z ਦੀਆਂ ਵੈਲਿਊਜ਼ ਆਈਆਂ ਉਹਨਾਂ ਦਾ ਸਕੁਅਰ ਰੂਟ ਕਰਕੇ। ਬਟ ਜੇ ਅਸੀਂ ਧਿਆਨ ਦਈਏ ਜਿਹੜਾ ਇਹ z² + z+1 ਬਣਿਆ ਇਸ ਦਾ ਮਿਨੀਮਲ ਪੋਲੀਨੋਮੀਅਲ ਫॉर ਅ ਪ੍ਰਿਮਿਟਿਵ ਥਰਡ ਰੂਟ ਆਫ ਯੂਨਿਟੀ, ਕਿਉਂਕਿ ਜੇ ਪ੍ਰਿਮਿਟਿਵ ਥਰਡ ਰੂਟ ਆਫ ਯੂਨਿਟੀ ਹੋਏਗਾ ਤੁਸੀਂ ਇਹ ਪੋਲੀਨੋਮੀਅਲ ਕੰਸੀਡਰ ਕਰੋਗੇ, ਠੀਕ ਹੈ। ਇਸ ਦੇ ਫੈਕਟਰਸ ਬਣਨਗੇ x - 1 x² + x + 1 ਤੇ ਇੱਥੋਂ ਦਾ ਆਪਣੇ ਕੋਲ ਰੂਟ ਜਿਹੜਾ ਹੈਗਾ 1 ਆਇਆ, ਬਟ ਪ੍ਰਿਮਿਟਿਵ ਜਿਹੜਾ ਥਰਡ ਰੂਟ ਹੈ ਉਹ ਕਿਹਦਾ ਰੂਟ ਹੋਏਗਾ, ਇਸ ਪੋਲੀਨੋਮੀਅਲ ਦਾ x² + x + 1 ਦਾ। ਔਰ ਇਹੀ ਆਪਣੇ ਕੋਲ ਥਰਡ ਰੂਟ ਆਫ ਯੂਨਿਟੀ ਦੇ ਲਈ ਸਾਈਕਲੋਟੋਮਿਕ ਪੋਲੀਨੋਮੀਅਲ ਸੀ, ਪਿਛਲੇ ਲੈਕਚਰਸ ਦੇ ਵਿੱਚ ਅਸੀਂ ਡਿਸਕਸ ਵੀ ਕੀਤਾ ਹੈ। ਸੋ z² + z + 1 ਇਟ ਇਜ਼ ਦਾ ਸਾਈਕਲੋਟੋਮਿਕ ਪੋਲੀਨੋਮੀਅਲ ਫॉर n = 3 ਐਂਡ ਆਬਵੀਅਸਲੀ ਸਾਈਕਲੋਟੋਮਿਕ ਹੈ ਤਾਂ ਹੁਣੀ ਅਸੀਂ ਜੋ ਫਸਟ ਰਿਜ਼ਲਟ ਚੈੱਕ ਕੀਤਾ ਸੀਗਾ ਅੱਜ ਦੇ ਲੈਕਚਰ ਦੇ ਸਟਾਰਟਿੰਗ ਦੇ ਵਿੱਚ ਹੀ
ਤਾਂ ਸਾਈਕਲੋਟੋਮਿਕ इज ऑलवेज ए इररेड्यूसिबल मींस मिनिमल पॉलीनोमियल होगी। और किस वास्ते है थर्ड रूट वास्ते, क्योंकि n इक्वल टू 3 वास्ते ये साइक्लोटोमिक हैगी। ਤਾਂ ਇਹ ਸੇਮ ਪੋਲੀਨੋਮੀਅਲ ਜਿਹੜੀ ਹੈ ਪ੍ਰਿਮਿਟਿਵ ਥਰਡ ਰੂਟ ਆਫ ਯੂਨਿਟੀ ਹੈ। ਔਰ ਪ੍ਰਿਮਿਟਿਵ ਥਰਡ ਰੂਟ ਆਫ ਯੂਨਿਟੀ ਅਸੀਂ ਕਿਵੇਂ ਫਾਈਂਡ ਕਰ ਸਕਦੇ ਹਾਂ ਓਵਰ ਦਾ ਕੰਪਲੈਕਸ ਨੰਬਰਸ। ਓਮੇਗਾ ਦੀ ਵੈਲਿਊ ਤੁਹਾਨੂੰ ਮੈਂ ਸਮਝਾਇਆ ਸੀਗਾ ਲਾਸਟ ਸਟਾਰਟਿੰਗ ਦੇ ਵਿੱਚ ਵੀ, ਜਦੋਂ ਪ੍ਰਿਮਿਟਿਵ ਰੂਟਸ ਆਫ ਯੂਨਿਟੀ ਬਾਰੇ ਡਿਸਕਸ਼ਨ ਹੋਈ ਸੀ ਕਿ ਓਮੇਗਾ ਸਿਸ 2 ਪਾਈ ਬਾਈ n ਇਜ਼ ਆਲਵੇਜ਼ ਪ੍ਰਿਮਿਟਿਵ nth ਰੂਟ ਆਫ ਯੂਨਿਟੀ। ਇਹ ਪ੍ਰਿਮਿਟਿਵ nth ਰੂਟ ਆਫ ਯੂਨਿਟੀ ਹੁੰਦਾ ਹੈ। ਤਾਂ ਜੇ ਓਮੇਗਾ ਅਸੀਂ ਗੱਲ ਕਰ ਰਹੇ ਹਾਂ ਕਿਊਬ ਰੂਟ ਆਫ ਯੂਨਿਟੀ ਦੇ ਉੱਪਰ, ਤਾਂ ਸਿਸ n ਇਕੁਅਲ ਟੂ 3 ਵਾਸਤੇ ਜੇ ਗੱਲ ਕਰ ਰਹੇ ਹਾਂ ਤਾਂ ਸਿਸ 2 ਪਾਈ ਬਾਈ 3, ਔਰ ਯੂ ਕੈਨ ਰਾਈਟ ਇਟ ਐਜ਼ e the power iota 2 pi by 3. It will be the primitive third root of unity. Cis means cos theta plus iota sin theta. So splitting field of x4 plus x square plus 1 will contain the square roots of this and this. ਹੁਣੇ ਕਿਵੇਂ ਆਏ, ਕਿਉਂਕਿ z square plus z plus 1 ਦੇ ਜਿਹੜੇ ਰੂਟਸ ਹੈ ਹੁਣੀ ਮੈਂ ਤੁਹਾਨੂੰ ਦੱਸਿਆ ਕਿਹੜੇ ਕਿਹੜੇ ਹੋਣਗੇ, e iota 2 pi by 3, this is the omega। ਤੇ ਦੂਸਰਾ ਜਿਹੜਾ ਇਹਦਾ ਰੂਟ ਹੈਗਾ ਉਹ ਕਿਹੜੇ ਵਾਲਾ ਹੋਏਗਾ, दूसरा प्रिमिटिव रूट दैट इज ओमेगा स्क्वायर, क्योंकि 2 ਦਾ ਹੀ जीसीडी 3 ਨਾਲ 1 ਹੁੰਦਾ ਹੈ। ਤਾਂ ਦੂਸਰਾ ਪ੍ਰਿਮਿਟਿਵ ਕਿਹੜਾ ਹੋਏਗਾ, ओमेगा स्क्वायर which will be e iota 4 pi by 3। ਤਾਂ ਇਸ ਪੋਲੀਨੋਮੀਅਲ ਦੇ ਆ ਦੋ ਰੂਟਸ ਹੈਗੇ ਨੇ, e iota 2 pi by 3 ਔਰ e 4 pi iota by 3। ਤੇ ਅਸੀਂ ਹੁਣੀ ਕੀ ਕਿਹਾ ਸੀ, ਇਹਦਾ ਮਤਲਬ ਇਹ ਕਿਹਦੀਆਂ ਵੈਲਿਊਜ਼ ਨੇ, z ਦੀਆਂ। ਤਾਂ x ਦੀਆਂ ਵੈਲਿਊਜ਼ ਕਿਵੇਂ ਆਬਟੇਨ ਹੋਣਗੀਆਂ, ਇਹਨਾਂ ਦੋਵਾਂ ਦੇ ਸਕੁਆਇਰ ਰੂਟਸ ਕਰਕੇ। ਤਾਂ ਹੁਣ ਅਸੀਂ ਇਹਨਾਂ ਦੋਵਾਂ ਦੇ ਸਕੁਆਇਰ ਰੂਟਸ ਜਿਹੜੇ ਹੈਗੇ ਨੇ ਸੋਲਵ ਕਰਾਂਗੇ, ਤਾਂ ਉਹ ਵੈਲਿਊ ਸਾਡੇ ਕੋਲ x ਦੀਆਂ ਬਣ ਜਾਣਗੀਆਂ। ਹੁਣ e2 pi iota by 3 ਦਾ ਸਕੁਆਇਰ ਰੂਟ ਅਸੀਂ ਕਰਨਾ ਹੈ, ਤਾਂ ਸਕੁਆਇਰ ਰੂਟ ਕਰੋਗੇ ਤਾਂ ਅਕੋਰਡਿੰਗ ਟੂ ਡੀ ਮੋਰਗਨਸ ਥਿਓਰਮ ਇਟ ਵਿਲ ਬੀ ਇਹ 1/2 ਅੰਦਰ ਮਲਟੀਪਲਾਈ ਕਰ ਦਵਾਂਗੇ ਤਾਂ pi iota by 3, ਤਾਂ ਦੋ ਵੈਲਿਊਜ਼ ਆਣਗੇ, ਇੱਕ ਪਲੱਸ ਇੱਕ ਮਾਈਨਸ। ਜਿਹੜਾ ਮਾਈਨਸ e iota pi by 3 ਹੈ ਇਸ ਨੂੰ ਤੁਸੀਂ ਚੈੱਕ ਕਰ ਸਕਦੇ ਹੋ। ਮਾਈਨਸ e iota pi by 3 ਦਾ ਮਤਲਬ ਹੁੰਦਾ ਇਟ ਇਜ਼ ਮਾਈਨਸ cos pi by 3 plus iota sin pi by 3। ਤੇ ਇਹ ਦੋਵਾਂ ਦਾ ਜੇਕਰ ਤੁਸੀਂ ਮਾਈਨਸ ਐਡਜਸਟ ਕਰਨਾ ਹੈਗਾ ਅੰਦਰ, ਇਹਨੂੰ ਵਾਪਸ e iota ਦੀ ਫਾਰਮ ਚ ਲੈ ਕੇ ਆਉਣਾ ਹੈ, ਤਾਂ ਇਹ ਦੋਵਾਂ ਦਾ ਮਾਈਨਸ ਇਸੇ ਤਰ੍ਹਾਂ ਐਡਜਸਟ ਹੋ ਸਕਦਾ ਹੈ ਜੇ ਪਾਈ ਪਲੱਸ ਪਾਈ ਬਾਈ 3 ਕਰੋਗੇ, ਤਾਂ ਆ ਜਿਹੜਾ ਬਾਹਰ ਮਾਈਨਸ ਹੈ ਇਹ ਦੋਵਾਂ ਦੇ ਅੰਦਰ ਐਡਜਸਟ ਹੋ ਜਾਊਗਾ ਇਸ ਤਰ੍ਹਾਂ, sin pi plus pi by 3। that means it will now become 4 pi by 3, that means it will become e iota 4 pi by 3। so that's why मैंने लिखा हैगा कि ਜਿਹੜਾ 네ਗੇਟਿਵ ਵਾਲਾ ਹੈਗਾ ਉਹ ਕਿਹਦੇ ਬਰਾਬਰ ਹੋ ਗਿਆ, e 4 pi iota by 3। ਤੇ 4 pi iota by 3 ਦੇ ਸਕੁਆਇਰ ਰੂਟਸ ਕਰਦੇ ਆ, ਦੋਵਾਂ ਦੇ ਹੀ ਕਰਨੇ ਸੀ ਸਕੁਆਇਰ ਰੂਟ, ਇਹਦਾ ਵੀ ਕਰਨਾ ਸੀ ਇਹਦਾ ਵੀ ਕਰਨਾ ਸੀ। ਹੁਣ ਜੇ ਇਹਦਾ ਵੀ ਸਕੁਆਇਰ ਰੂਟ ਕਰਾਂਗੇ ਉਹੀ ਪਲੱਸ ਮਾਈਨਸ 1/2 ਅੰਦਰ ਮਲਟੀਪਲਾਈ ਕਰਤਾ iota 2 pi by 3, ਪਲੱਸ ਵਾਲਾ ਠੀਕ ਹੈ, ਮਾਈਨਸ ਵਾਲੇ ਨੂੰ ਅਸੀਂ ਆਲਟਰਨੇਟਿਵਲੀ ਉਸੇ ਤਰ੍ਹਾਂ ਇਸ ਐਂਗਲ ਦੇ ਵਿੱਚ ਪਾਈ ਜੇ ਐਡ ਕਰ ਦਵਾਂਗੇ ਜਿਵੇਂ ਹੁਣੀ ਲਾਸਟ ਮੈਂ ਤੁਹਾਨੂੰ ਸਮਝਾਇਆ, ਤਾਂ ਪਾਈ ਪਲੱਸ 2 pi by 3 ਯਾਨੀ ਕਿੰਨਾ ਬਣ ਜਾਊਗਾ 5 pi iota by 3। ਸੋ ਇਹ ਸਾਰੇ ਰੂਟਸ ਆਪਣੇ ਕੋਲ ਆਗੇ ਹੈਗੇ ਨੇ ਜੋ ਗਿਵਨ ਪੋਲੀਨੋਮੀਅਲ x4 plus x square plus 1 ਸੀ, ਉਹਦੇ ਸਾਰੇ ਰੂਟਸ ਅਸੀਂ ਫਾਈਂਡ ਕਰ ਲਏ ਹੈਗੇ। ਕਿਹੜੇ ਕਿਹੜੇ ਹੋ ਗਏ, ਇੱਕ ਪਲੱਸ e iota pi by 3, ਇੱਕ ਇਹ ਵਾਲਾ ਹੋ ਗਿਆ, दूसरा ए हो गया 4 pi iota by 3, फिर हो गया e 2 pi iota by 3, और चौथा ए हो गया e 5 pi iota by 3। ये चार अपने को आ गए हैं। ਤਾਂ ਇਹਦਾ ਮਤਲਬ ਇਹਦੀ ਜਿਹੜੀ ਸਪਲਿਟਿੰਗ ਫੀਲਡ ਹੈ x4 x square 1 ਦੀ, ਉਸ ਦੇ ਵਿੱਚ ਸਿਰਫ ਇੱਕ ਐਲੀਮੈਂਟ ਅਸੀਂ ਐਡਜੰਕਟ ਕਰਾਂਗੇ e iota pi by 3, ਇਹ ਵਾਲਾ ਐਡਜੰਕਟ ਕਰ ਦਵਾਂਗੇ। ਬਾਕੀ ਦਾ ਕਿਉਂਕਿ ਇਹਦੀਆਂ ਪਾਵਰਸ ਹੀ ਹੈ ਤਾਂ ਇਹਦਾ ਜੇ ਆਪਾਂ ਸਕੁਅਰ ਕਰਾਂਗੇ ਤਾਂ ਇਹ ਵਾਲਾ ਰੂਟ ਆ ਜਾਊਗਾ, ਜੇ ਆਪਾਂ ਇਹਦਾ ਪਾਵਰ 4 ਕਰਾਂਗੇ ਤਾਂ ਆਹ ਵਾਲਾ ਰੂਟ ਆ ਜਾਊਗਾ, ਤੇ ਇਹਦੀ ਪਾਵਰ ਜੇ 5 ਕਰਾਂਗੇ ਤਾਂ ਆਹ ਵਾਲਾ ਰੂਟ ਆ ਜਾਊਗਾ। ਤਾਂ ਇਸ ਲਈ ਕੱਲਾ ਅਲਫਾ ਐਡਜੰਕਟ ਕਰਨ ਦੀ ਜ਼ਰੂਰਤ ਹੈ, ਹੋਰ ਕੁਝ ਐਡਜੰਕਟ ਕਰਨ ਦੀ ਜ਼ਰੂਰਤ ਨਹੀਂ ਹੈ। ਸੋ ਦਿਸ ਵਿਲ ਬੀ ਦਾ ਸਪਲਿਟਿੰਗ ਫੀਲਡ ਆਫ x4 x square 1। ਬਟ ਜੇ ਤੁਸੀਂ ਗੌਰ ਕਰੋ ਜੋ ਅਸੀਂ ਅਲਫਾ ਡਿਫਾਈਨ ਕਰਦੇ ਪਏ ਆ, ਇਹ ਵੈਲਿਊ ਜਿਹੜੀ ਹੈਗੀ ਆ sis 2 pi by n ਜਿਹੜਾ ਪ੍ਰਿਮਿਟਿਵ ਰੂਟ ਹੁੰਦਾ ਹੈ, ਜੇ ਅਸੀਂ n ਦੀ ਵੈਲਿਊ 6 ਲੈ ਲਈਏ ਉਹਦੇ ਵਾਸਤੇ ਪ੍ਰਿਮਿਟਿਵ ਰੂਟ ਬਣਦਾ ਹੈ। ਤਾਂ ਇਟ ਮੀਨਸ ਇਹ ਵਾਲਾ ਜਿਹੜਾ e iota pi by 3 ਆਇਆ, ਇਟ ਇਜ਼ ਫॉर sis 2 pi by 6 means sis pi by 3, it is corresponding to sis pi by 3 means e iota pi by 3। ਤਾਂ where alpha is the primitive sixth root of unity, ਤਾਂ ਅਲਫਾ ਜਿਹੜਾ ਅਸੀਂ ਐਡਜੰਕਟ ਕੀਤਾ ਉਹ ਪ੍ਰਿਮਿਟਿਵ 6th ਰੂਟ ਹੈ, ਹੈਂਸ ਜਿਹੜਾ e ਹੈਗਾ ਉਹ ਆਪਣੇ ਕੋਲ x6 - 1 ਦਾ ਵੀ ਕੀ ਬਣੇਗਾ, ਸਪਲਿਟਿੰਗ ਫੀਲਡ ਬਣੇਗਾ, ਕਿਉਂਕਿ ਪ੍ਰਿਮਿਟਿਵ 6th ਰੂਟ ਆਫ ਯੂਨਿਟੀ ਉਰੇ ਐਡਜੰਕਟ ਹੋਇਆ, ਔਰ ਇਹੀ ਸਪਲਿਟਿੰਗ ਫੀਲਡ ਆਪਣੇ ਕੋਲ 5 6 ਦੇ ਲਈ ਬਣਨਾ ਸੀ, ਔਰ ਇਹੀ ਸਪਲਿਟਿੰਗ ਫੀਲਡ x6 - 1 ਲਈ ਬਣਿਆ। ਤਾਂ ਹੁਣੀ ਜਿਹੜਾ ਥਿਊਰਮ ਆਪਾਂ ਕੀਤੀ ਹੈਗੀ ਉਹਦੇ ਮੁਤਾਬਿਕ ਫਿਰ ਇਹ ਜਿਹੜਾ ਹੈਗਾ GE/Q ਇਟ ਵਿਲ ਬੀ ਆਈਸੋਮੋਰਫਿਕ ਟੂ Z/6 ਸਟਾਰ, और Z/6 स्टार ਦੇ ਵਿੱਚ ਉਹ ਮੈਂਬਰਸ ਹੋਣਗੇ ਜਿਨ੍ਹਾਂ ਦਾ 6 ਨਾਲ GCD 1 ਹੋਏਗਾ। ਤਾਂ K ਕਿਹੜੇ ਕਿਹੜੇ ਹੋ ਗਏ ਆਪਣੇ ਕੋਲ, ਇੱਕ 1 ਹੋ ਗਿਆ ਔਰ ਇੱਕ ਆਪਣੇ ਕੋਲ 5 ਹੋ ਗਿਆ।
ਤੇ ਇਟ ਮੀਨਸ ਇਹਦੇ ਵਿੱਚ ਦੋ ਐਲੀਮੈਂਟਸ ਹੈ ਤਾਂ GE by Q ਦੇ ਵਿੱਚ ਵੀ ਦੋ ਐਲੀਮੈਂਟਸ ਹੋਣਗੇ, ਹੈਂਸ ਇਸ ਦਾ ਆਰਡਰ ਕੀ ਹੈਗਾ 2 ਹੈਗਾ।